तो स्वागत है जी एक बार फिर आप सब ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਸਾਡੇ ਨਾਲ ਸਾਂਝ ਪਾਣਗੇ ਭਾਈ ਹਰਜਿੰਦਰ ਸਿੰਘ ਸਭਰਾ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ। ਅੱਜ ਕੱਲ੍ਹ ਇਹ ਕੈਨੇਡਾ ਦੀ ਫੇਰੀ ਤੇ ਆਏ ਹੋਏ ਨੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਨਾਲ ਗੱਲਬਾਤ ਕਰਨਾ ਚਾਹਾਂਗੇ ਉਹ ਇਹ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਸਿੱਖ ਇਤਿਹਾਸ ਜੋ ਹੈ ਉਹ ਕਈ ਥਾਵਾਂ ਦੇ ਉੱਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਉਪਦੇਸ਼ ਮਿਲਦਾ ਹੈ ਉਸ ਨਾਲ ਢੁਕਦਾ ਨਹੀਂ ਹੈ, ਉਹ ਕੰਟਰਰੀ ਹੈ। ਕਿ ਸਿੱਖ ਇਤਿਹਾਸ ਨੂੰ ਅਸੀਂ ਜ਼ਿਆਦਾ ਅਹਿਮੀਅਤ ਦੇਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਗਿਆ ਹੈ ਉਸ ਨੂੰ ਅਸੀਂ ਸਮਝਣਾ ਹੈ ਕਿ ਉਹ ਸਾਡੇ ਵਾਸਤੇ ਜ਼ਰੂਰੀ ਹੈ। ਇਸੇ ਸੰਬੰਧ ਵਿੱਚ ਆਓ ਜਾਣਕਾਰੀ ਲੈਂਦੇ ਹਾਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸਭਰਾ ਤੋਂ। ਜੀ ਆਨੰਦ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਵਿੱਚ ਬਹੁਤ ਮਿਲਗੋਬਾ ਹੋਇਆ ਅਤੇ ਅੱਜ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੂੰ ਪ੍ਰਚਲਿਤ ਕੀਤਾ ਜਾ ਰਿਹਾ ਜਿਹੜੇ ਕਿ ਗੁਰਮਤ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਲੇਕਿਨ ਫਿਰ ਵੀ ਅਸੀਂ ਆਪਣੀ ਗੁਰਦੁਆਰਿਆਂ ਦੇ ਵਿੱਚ ਆਪਣੀਆਂ ਸਭਾ ਸੁਸਾਇਟੀਆਂ ਦੇ ਵਿੱਚ ਇਹ ਚੀਜ਼ਾਂ ਨੂੰ ਪ੍ਰਚਾਰ ਰਹੇ ਹਾਂ ਤੇ ਪਤਾ ਨਹੀਂ ਚੱਲਦਾ। ਤੇ ਕਰਾਮਾਤੀ ਜਿਹੜਾ ਜਿਸ ਚੀਜ਼ ਤੋਂ ਗੁਰੂ ਸਾਹਿਬ ਨੇ ਸਾਨੂੰ ਬਾਹਰ ਕੱਢਿਆ ਸੀ ਉਹੀ ਚੀਜ਼ਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਜਾਂ ਤਾਂ ਜਾਣ ਬੁੱਝ ਕੇ ਉਸ ਨੂੰ ਸਿਰਫ ਸੁਣਨ ਲਈ ਤਿਆਰ ਬੈਠੇ ਹੋਏ ਨੇ ਜਾਂ ਫਿਰ ਅਣਚਾਹੇ ਵਿੱਚ ਹੀ ਅਣਜਾਣੇ ਵਿੱਚ ਹੀ ਉਹ ਚੀਜ਼ਾਂ ਜਿਹੜੀਆਂ ਐਕਸੈਪਟ ਕਰੀ ਜਾ ਰਹੇ ਨੇ। ਸੋ ਇਸ ਸੰਬੰਧ ਵਿੱਚ ਸਾਨੂੰ ਦੱਸੋ ਕਿ ਕੀ ਸਿੱਖ ਇਤਿਹਾਸ ਨੂੰ ਕਿਹੜੀ ਕਸਵੱਟੀ ਨਾਲ ਅਸੀਂ ਦੇਖੀਏ। ਪਹਿਲੀ ਤਾਂ ਗੱਲ ਹੈ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚੇਤਾ ਮਹਾਂਪੁਰਖਾਂ ਦਾ ਗੁਰੂ ਸਾਹਿਬਾਨਾਂ ਦਾ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਵਿਦਵਾਨ ਜਿਹੜੇ ਖੋਜੀ ਨੇ ਇਤਿਹਾਸ ਦੇ ਉਹਨਾਂ ਦੀ ਲਿਖਤਾਂ ਦੇ ਮੁਤਾਬਕ ਇਹ ਗੱਲ ਸਮਝਣੀ ਪੈਂਦੀ ਆ ਕਿ ਲਿਖਣ ਵਾਲਾ ਕੌਣ ਆ, ਉਹਦਾ ਪਿਛੋਕੜ ਕੀ ਆ ਜੀ, ਉਹਦਾ ਆਪਣਾ ਮਾਹੌਲ ਕੀ ਆਲੇ ਦੁਆਲੇ ਦਾ, ਔਰ ਉਹਦੇ ਕੋਲ ਸਬੂਤ ਕੀ ਨੇ, ਐਵੀਡੈਂਸ ਕੀ ਨੇ ਜਿਨ੍ਹਾਂ ਤੋਂ ਉਹ ਇਹ ਸਾਰਾ ਕੁਝ ਲਿਖ ਰਿਹਾ ਜੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੀ ਜਿਹੜੇ ਵਿਦਵਾਨ ਨੇ ਉਹ ਅੱਗੇ ਫਿਰ ਉਹਨਾਂ ਤੱਥਾਂ ਦੀ ਵਿਆਖਿਆ ਕਰਦੇ ਨੇ ਜਿਹੜੇ ਕਿ ਉਹਨਾਂ ਪੁਰਾਣੇ ਲੋਕਾਂ ਨੇ ਜਾਂ ਹੁਣ ਵਾਲੇ ਲੋਕ ਜੋ ਕੁਝ ਲਿਖ ਰਹੇ ਆ ਜੀ। ਪਰ ਸਾਡੇ ਵਾਸਤੇ ਸਭ ਤੋਂ ਵੱਡੀ ਚੀਜ਼ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਉਹ ਸਾਡੇ ਕੋਲ ਇੱਕ ਕਸਵੱਟੀ ਆ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਜੀ, ਔਰ ਜੋ ਕੀਤਾ ਆਪਣੇ ਜੀਵਨ ਅੰਦਰ ਉਹ ਬਾਣੀ ਦੇ ਰੂਪ ਵਿੱਚ ਤਜਰਬੇ ਦੇ ਰੂਪ ਵਿੱਚ ਸਾਨੂੰ ਉਹਨਾਂ ਨੇ ਸਿਧਾਂਤਕ ਰਸਤਾ ਜਿਹੜਾ ਉਹ ਦਿੱਤਾ। ਸੋ ਇਹ ਨਹੀਂ ਹੋ ਸਕਦਾ ਵੀ ਉਹਨਾਂ ਨੇ ਜੋ ਬਾਣੀ 'ਚ ਕਿਹਾ ਉਦੋਂ ਉਲਟ ਕੀਤਾ ਹੋਵੇ ਜੀ। ਗੁਰੂ ਸਾਹਿਬਾਨਾਂ ਦਾ ਜੀਵਨ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ, ਉਹ ਕਰਨੀ ਤੇ ਕਥਨੀ ਦੇ ਸੁਮੇਲ ਨੇ। ਇਸ ਕਰਕੇ ਸਾਨੂੰ ਕਈ ਵਾਰ ਜਦੋਂ ਉਲਝਣ ਐਸੀ ਖੜੀ ਹੋਵੇ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਸੁਣਦੇ ਹਾਂ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਵੀ ਕੀ ਗੁਰੂ ਸਾਹਿਬਾਨ ਦੀ ਸੋਚ ਨਾਲ ਇਹ ਗੱਲ ਮੇਲ ਖਾਂਦੀ ਹੈ ਜਾਂ ਨਹੀਂ ਖਾਂਦੀ। ਅਗਰ ਤਾਂ ਉਹ ਘਟਨਾ ਗੁਰੂ ਸਾਹਿਬਾਨਾਂ ਦੀ ਸੋਚ ਨਾਲ ਮੇਲ ਖਾਂਦੀ ਆ ਜੀ ਤਾਂ ਉਹ ਬਿਲਕੁਲ ਸਹੀ ਆ। ਅਗਰ ਨਹੀਂ ਉਹ ਗੱਲ ਮੇਲ ਨਹੀਂ ਖਾਂਦੀ, ਆਪਸ ਵਿੱਚ ਉਹਦਾ ਕੋਈ ਤਾਲੁਕ ਨਹੀਂ ਬਣਦਾ, ਤਾਂ ਇਹਦਾ ਮਤਲਬ ਆ ਵੀ ਉਹ ਕਿਸੇ ਅਣਜਾਣ ਲਿਖਾਰੀ ਨੇ ਜਿਹੜਾ ਗੁਰੂ ਸਾਹਿਬਾਨ ਦੇ ਜੀਵਨ ਤੋਂ ਜਾਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਤੋਂ ਜਾਣੂ ਨਹੀਂ ਗਾ, ਜਿਹੜਾ ਗੁਰਬਾਣੀ ਦੇ ਸਿਧਾਂਤ ਤੋਂ ਜਾਣੂ ਨਹੀਂ ਗਾ। ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਦੇ ਨਾਲ ਉਹਨੇ ਇਹ ਗੱਲ ਜਾਂ ਤਾਂ ਅੰਧ ਵਿਸ਼ਵਾਸ ਕਰਕੇ ਜੋੜ ਦਿੱਤੀ ਆ ਜਾਂ ਚਲਾਕੀ ਕਰਕੇ ਜੋੜੀ ਆ। ਇਸ ਤਰ੍ਹਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਜੀ। ਪਰ ਉਹਦੇ ਹਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਇਹ ਇੱਕ ਆਮ ਵਿਅਕਤੀ ਵਾਸਤੇ ਇਹ ਸਮਝਣਾ ਬੜਾ ਮੁਸ਼ਕਿਲ ਕਈ ਵਾਰੀ ਹੋ ਜਾਂਦਾ ਕਿਉਂਕਿ ਜੋ ਕਿਹਾ ਜਾਂਦਾ ਉਹ ਜਾਂ ਤਾਂ ਮਹਿਮਾ 'ਚ ਹੀ ਹੁੰਦਾ ਇੱਕ ਤਰ੍ਹਾਂ ਦਾ। ਬਿਲਕੁਲ। ਹੁਣ ਮਿਸਾਲ ਦੇ ਤੌਰ 'ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਜੀਵਨ ਜੋ ਹੈ ਬਚਪਨ ਤੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਐਸੀਆਂ ਕਹਾਣੀਆਂ ਸਾਡੇ ਸਾਹਮਣੇ ਲਿਆਂਦੀਆਂ ਗਈਆਂ ਜਿਨ੍ਹਾਂ ਦੇ ਉੱਤੇ ਕਿ ਸਾਡਾ ਦ੍ਰਿੜ ਵਿਸ਼ਵਾਸ ਜਿਹੜਾ ਬਣ ਚੁੱਕਿਆ ਹੈਗਾ। ਹਾਂਜੀ। ਮਿਸਾਲ ਦੇ ਤੌਰ 'ਤੇ ਕਿ ਜੀ ਉਹ ਲੇਟੇ ਹੋਏ ਨੇ ਤੇ ਇੱਕ ਸੱਪ ਆ ਕੇ ਛਾਂ ਕਰ ਦਿੰਦਾ ਹੈ ਜਾਂ ਹੋਰ ਐਸੀਆਂ ਕੁਝ ਕਹਾਣੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ। ਹੁਣ ਇਹ ਕਰਾਮਾਤ ਜਿਹੜੀ ਹੈਗੀ ਹੈ ਜਿਹੜੀ ਦਿਖਾਈ ਜਾ ਰਹੀ ਹੈਗੀ ਹੈ, ਹੁਣ ਇਹਨੂੰ ਉਹ ਤਾਂ ਮਹਿਮਾ 'ਚ ਜਿਹੜੀ ਗੱਲ ਕੀਤੀ ਗਈ ਹੈਗੀ ਹੈ ਜਿਸ ਲਿਖਾਰੀ ਨੇ ਲਿਖੀ, ਹੁਣ ਕੀ ਪਤਾ ਉਸਦਾ ਕੀ ਮਕਸਦ ਕੀ ਸੀ, ਪਰ ਇਹਦੇ ਨਾਲ ਇੱਕ ਉਹ ਕਰਾਮਾਤੀ ਜਿਹੜੀ ਸੋਚ ਹੈ ਉਹ ਅੱਗੇ ਆ ਜਾਂਦੀ ਹੈ। ਇਹਦੇ ਮਤਲਬ ਥੋੜ੍ਹਾ ਜਿਹਾ ਜਾਂ ਹੋਰ ਜਿਹੜੀਆਂ ਕਥਾ ਕਹਾਣੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਹ ਸਮਝ ਦੱਸੋ ਕਿ ਕਿਵੇਂ ਉਹ ਸੋਚ ਜਿਹੜੀ ਹੈ ਉਸ ਨੂੰ ਅਸੀਂ ਲਈਏ। ਪਹਿਲੀ ਤਾਂ ਗੱਲ ਇਹ ਸਮਝਣੀ ਸਾਨੂੰ ਜ਼ਰੂਰੀ ਹੋਗੀ ਕਿ ਜਦੋਂ ਜਿਹੜਾ ਸਿੱਖ ਧਰਮ ਦਾ ਇਤਿਹਾਸ ਆ ਉਹ ਦੋ ਸੱਭਿਅਤਾ ਦੇ ਦਰਮਿਆਨ ਲਿਖਿਆ ਜਾਣ ਲੱਗਿਆ ਜੀ। ਇੱਕ ਪਾਸੇ ਤਾਂ ਪੁਰਾਤਨ ਸਨਾਤਨੀ ਮੱਤ ਆ ਜਿਹਦੇ 'ਚ ਕਥਾ ਕਹਾਣੀਆਂ ਪੁਰਾਣਾਂ ਦੀਆਂ ਗੱਲਾਂ ਦੀ ਬਹੁਤ ਭਰਮਾਰ ਆ, ਕਰਾਮਾਤ ਰਿੱਧੀਆਂ ਸਿੱਧੀਆਂ, ਔਰ ਜੋ ਕੁਝ ਵੀ ਆ ਅਸੀਂ ਪੁਰਾਣਾਂ ਦੀ ਜਦੋਂ ਕਥਾ ਸੁਣਦੇ ਹਾਂ ਕਿਤੇ ਜਾਂ ਪੜ੍ਹਦੇ ਹਾਂ ਜਾਂ ਦੇਖਦੇ ਹਾਂ, ਉਹ ਜੋ ਕੁਝ ਟੈਲੀਵਿਜ਼ਨ ਦੇ ਰਾਹੀਂ ਸਾਨੂੰ ਵਿਖਾਇਆ ਜਾਂਦਾ ਤਾਂ ਉਹ ਸਾਰਾ ਕੁਝ ਪੁਰਾਣਾਂ ਦੀਆਂ ਕਥਾ ਵਿੱਚ ਭਰਿਆ ਪਿਆ ਜੀ। ਇੱਕ ਪਾਸੇ ਇਸਲਾਮੀ ਸੱਭਿਅਤਾ ਸੀਗੀ ਜਿਹੜੀ ਕਿ ਅਰਬ ਦੇ ਮੁਲਕਾਂ ਵਿੱਚ ਜਨਮੀ, ਚੱਲੀ, ਪ੍ਰਵਾਨ ਚੜ੍ਹੀ ਅਤੇ ਉਹਨੇ ਭਾਰਤ ਉੱਤੇ ਕਾਫੀ ਚਿਰ ਉਸ ਸੱਭਿਅਤਾ ਨਾਲ ਸੰਬੰਧ ਰੱਖਣ ਵਾਲੇ ਪਠਾਣਾਂ ਅਤੇ ਮੁਗਲਾਂ ਨੇ ਰਾਜ ਕੀਤਾ। ਉਹਨਾਂ ਦੀਆਂ ਜੋ ਉਹਨਾਂ ਦੀਆਂ ਚੀਜ਼ਾਂ ਸਨ ਜਾਂ ਜੋ ਸਨਾਤਨੀ ਮੱਤ ਦੀਆਂ ਚੀਜ਼ਾਂ ਸਨ, ਉਹਨਾਂ ਦਾ ਇੱਕ ਗਹਿਰਾ ਪ੍ਰਭਾਵ ਜਿਹੜਾ ਵਾ ਉਹ ਸਿੱਖ ਧਰਮ ਦੇ ਸੰਬੰਧ ਵਿੱਚ ਲਿਖਣ ਵਾਲੇ ਲਿਖਾਰੀਆਂ 'ਤੇ ਰਿਹਾ। ਤਾਂ ਕਈ ਘਟਨਾਵਾਂ ਉਹਨਾਂ ਧਰਮਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਈਆਂ ਨੇ, ਤਾਂ ਉਹ ਘਟਨਾਵਾਂ ਜਿਹੜੀਆਂ ਜਿਉਂਦੀਆਂ ਤੇ ਉਹ ਪਾਤਰ ਬਦਲ ਕੇ, ਜਗ੍ਹਾ ਬਦਲ ਕੇ, ਥਾਂ ਬਦਲ ਕੇ ਉਹ ਇਸ ਢੰਗ ਨਾਲ ਜਿਹੜੀਆਂ ਸੀਗੀਆਂ ਉਹ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਜੁੜ ਗਈਆਂ ਜੀ।
ਪਰ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ, ਸਾਡੇ ਕੋਲ ਜਿਹੜੇ ਗ੍ਰੰਥ ਨੇ ਪੁਰਾਣੇ, ਜਨਮ ਸਾਖੀਆਂ ਜਾਂ ਕੁਝ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਛੱਡ ਕੇ ਜੀ ਬਹੁਤੇ ਕਵਿਤਾ ਵਿੱਚ ਲਿਖੇ ਗਏ ਨੇ। ਭਾਵੇਂ ਉਹ ਮਹਿਮਾ ਪ੍ਰਕਾਸ਼ ਆ, ਸੂਰਜ ਪ੍ਰਕਾਸ਼ ਆ, ਜੋ ਵੀ ਆ, ਪੰਥ ਪ੍ਰਕਾਸ਼ ਨੇ, ਇਹ ਸਭ ਕਵਿਤਾ 'ਚ ਲਿਖੇ ਗਏ ਨੇ। ਕਾਵ ਦੇ ਵਿੱਚ ਕੀ ਹੁੰਦਾ ਵਾ ਕਿ ਜਦੋਂ ਕੋਈ ਕਵੀ ਲਿਖਣ ਲੱਗਦਾ ਵਾ ਤਾਂ ਉਹ ਜ਼ਿਆਦਾਤਰ ਕਿਉਂਕਿ ਕਵਿਤਾ 'ਚ 9 ਰਸ ਹੁੰਦੇ ਨੇ, ਪਿੰਗਲ ਹੁੰਦਾ ਵਾ, ਕਲਪਨਾ ਦੀ ਭਰਮਾਰ ਹੁੰਦੀ ਆ, ਸੋ ਉਹਨਾਂ ਚੀਜ਼ਾਂ ਨੂੰ ਉਹ ਜਦੋਂ ਕੋਈ ਘਟਨਾ ਬਿਆਨ ਕਰਦਾ ਤਾਂ ਵੱਖਰੇ ਰੰਗ ਵਿੱਚ ਕਰਦਾ ਜੀ। ਤਾਂ ਉਹ ਕਾਵਕ ਗ੍ਰੰਥਾਂ ਦਾ ਜਿਹੜਾ ਸੀਗਾ ਅਧਿਐਨ ਕਰਨ ਵਾਲੇ ਨੂੰ ਵੀ ਬੜੀ ਮੁਸ਼ਕਲ ਆਉਂਦੀ ਆ। ਜੋ ਸਾਖੀ ਜਿਸ ਰੰਗਤ ਵਿੱਚ ਕਵੀ ਨੇ ਲਿਖੀ ਉਸੇ ਹਿਸਾਬ ਨਾਲ ਹੀ ਹੋ ਕੇ ਪ੍ਰਚਲਿਤ ਹੁੰਦੀ ਰਹੀ। ਤਾਂ ਤਕਰੀਬਨ ਕਈ ਵਾਰ ਤਾਂ ਕਈ ਗ੍ਰੰਥਾਂ ਦੀਆਂ ਆਪਸ ਵਿੱਚ ਕਹਾਣੀਆਂ ਇੱਕ ਦਾ ਸੋਰਸ ਦੂਜਾ ਹੁੰਦਾ ਵਾ, ਪਰ ਉਹਨਾਂ ਦੀ ਕਹਾਣੀ 'ਚ ਫਰਕ ਪੈ ਗਿਆ ਹੁੰਦਾ ਜੀ, ਕਿਉਂਕਿ ਕੋਈ ਲਿਖਾਰੀ ਇਹ ਨਹੀਂ ਚਾਹੁੰਦਾ ਵੀ ਮੇਰੀ ਹੂ ਬਹੂ ਗੱਲ ਜਿਹੜੀ ਆ ਦੂਸਰੇ ਲਿਖਾਰੀ ਨਾਲ ਰਲੇ। ਠੀਕ। ਤਾਂ ਉਹ ਆਪਣੀ ਜਿਹੜੀ ਸੀ ਗੱਲ ਆਪਣੇ ਵੇਚ ਆਪਣੀ ਰੰਗਤ ਦੇ ਕੇ ਜਦੋਂ ਲਿਖਦਾ ਤਾਂ ਉਹਦੇ 'ਚ ਹੌਲੀ ਹੌਲੀ ਫਰਕ ਪੈਂਦਾ, ਅੱਗੇ ਤੋਂ ਅੱਗੇ ਤੁਰਿਆ ਜਾਂਦਾ। ਦੂਜੀ ਗੱਲ, ਜਿਹੜੇ ਸਾਡੇ ਇਹ ਗ੍ਰੰਥ ਨੇ ਇਹ ਇਤਿਹਾਸਕ ਗ੍ਰੰਥ ਘੱਟ ਨੇ ਤੇ ਮਹਿਮਾ ਦੇ ਪੱਖ 'ਚ ਜ਼ਿਆਦਾ ਲਿਖੇ ਗਏ ਨੇ। ਵਡਿਆਈ ਵਾਸਤੇ, ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭਾ ਜਾਂ ਸਤਿਕਾਰ ਹਿੱਤ, ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਪ੍ਰਭਾਵ ਜਿਹਾ ਇੱਕ ਜਿਹੜਾ ਸੀਗਾ ਉਹ ਗ੍ਰਹਿਣ ਕਰਕੇ, ਸੋ ਉਹ ਇਤਿਹਾਸਕ ਤੱਥਾਂ ਨੂੰ ਕਈ ਵਾਰ ਨਜ਼ਰਅੰਦਾਜ਼ ਕਰ ਜਾਂਦੇ ਨੇ ਕਿਉਂਕਿ ਉਹਨਾਂ ਦਾ ਮਕਸਦ ਬਹੁਤਾ ਇਤਿਹਾਸ ਘੱਟ ਆ ਤੇ ਗੁਰੂ ਸਾਹਿਬਾਨ ਦੀ ਮਹਿਮਾ ਕਰਨਾ ਜ਼ਿਆਦਾ ਵਾ। ਤਾਂ ਜਦੋਂ ਤੱਥ ਹੋਲੇ ਹੋਊਗਾ, ਜਦੋਂ ਕੇਵਲ ਖਾਲੀ ਮਹਿਮਾ ਕੀਤੀ ਜਾਊ ਤਾਂ ਕਈ ਵਾਰ ਕਵੀ ਇੰਨਾ ਭਾਵਕ ਤੇ ਜਜ਼ਬਾਤੀ ਹੋ ਕੇ ਗੱਲ ਕਰਦਾ ਵੀ ਉਹ ਇਹ ਗੱਲ ਭੁੱਲ ਜਾਂਦਾ ਵੀ ਇਹ ਗੁਰੂ ਸਾਹਿਬਾਂ ਦੇ ਜੀਵਨ ਨਾਲ ਸੰਬੰਧ ਰੱਖਦੀ ਆ ਕਿ ਨਹੀਂ ਰੱਖਦੀ। ਜਿਵੇਂ ਅਸੀਂ ਅਕਸਰ ਇੱਕ ਕਹਾਣੀ ਸਾਖੀ ਦੇ ਰੂਪ ਵਿੱਚ ਸਾਨੂੰ ਸੁਣਾਈ ਜਾਂਦੀ ਆ ਕਿ ਗੁਰੂ ਸਾਹਿਬਾਂ ਨੇ ਕੇਸ ਕਿੱਲੀ ਨਾਲ ਬੰਨ੍ਹ ਕੇ ਗੁਰੂ ਅਮਰਦਾਸ ਮਹਾਰਾਜ ਨੇ ਤਪ ਕੀਤਾ। ਤਾਂ ਉਹੀ ਕਵੀ ਜਿਹੜੀਆਂ ਇਹ ਕਹਾਣੀਆਂ ਲਿਖਦੇ, ਅੱਗੇ ਜਾ ਕੇ ਇਹ ਲਿਖਦੇ ਵੀ ਇੱਕ ਤਪੇ ਨਾਲ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਉਹਨੂੰ ਕਹਿੰਦੇ ਨੇ ਵੀ ਇਤਨਾ ਸਰੀਰ ਨੂੰ ਦੁੱਖ ਦੇਣ ਦਾ ਕੀ ਫਾਇਦਾ। ਹੁਣ ਮਤਲਬ ਇਹ ਜਦੋਂ ਉਹ ਕਹਾਣੀ ਲਿਖ ਰਹੇ ਸੀ ਉਦੋਂ ਉਹਨਾਂ ਦਾ ਖਿਆਲ, ਜਦੋਂ ਅਗਲੀ ਲਿਖ ਰਹੇ ਸੀ ਉਦੋਂ ਉਹਨਾਂ ਦਾ ਖਿਆਲ। ਇਹਦਾ ਮਤਲਬ ਆ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਿਆ ਮਹਿਮਾ ਲਿਖਦਿਆਂ ਕਈ ਵਾਰ ਉਹ ਤਪਸਵੀਆਂ ਦੇ ਵਿੱਚੋਂ ਸ਼੍ਰੋਮਣੀ ਤਪਸਵੀ ਸਿੱਧ ਕਰਨ ਵਾਸਤੇ ਗੁਰੂ ਸਾਹਿਬਾਂ ਕੋਲੋਂ ਉਹਨਾਂ ਤਪ ਵੀ ਕਰਵਾ ਦਿੱਤੇ ਜੀ। ਤਾਂ ਇਸ ਤਰ੍ਹਾਂ ਦੀਆਂ ਕਈ ਵਾਰ ਆਪਾਂ ਵਿਰੋਧੀ ਗੱਲਾਂ ਵੀ ਕਵੀ ਜਿਹੜੇ ਸੀਗੇ ਉਹ ਲਿਖ ਜਾਂਦੇ ਸੀਗੇ। ਪਰ ਇਹ ਚੀਜ਼ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਇਹੀ ਐਗਜ਼ਾਮਪਲ ਦਾ ਹੀ ਮੈਂ ਲੈਣਾ ਕਿ ਇਹ ਤਾਂ ਗੁਰਦੁਆਰੇ ਸਾਹਿਬ ਵਿੱਚ ਵੀ ਇੱਕ ਉੱਥੇ ਜਗ੍ਹਾ ਬਣਾਈ ਗਈ ਹੈ ਜਿੱਥੇ ਦੱਸਦੇ ਨੇ ਕਿ ਜੀ ਗੁਰੂ ਸਾਹਿਬ ਨੇ ਇੱਥੇ ਕੇਸ ਆਪਣੇ ਟੰਗ ਕੇ ਭਗਤੀ ਕੀਤੀ ਹੈਗੀ। ਹਾਂਜੀ। ਸੋ ਇੱਕ ਤਾਂ ਉਹ ਇੱਕ ਕਵੀ ਦੀ ਮਹਿਮਾ ਕਰਨ ਦੀ ਜਿਹੜੀ ਸ਼ੈਲੀ ਸੀ ਉਸ ਵਿੱਚ ਉਹ ਡੁੱਬ ਗਿਆ, ਉਸਨੇ ਕਰਤਾ। ਪਰ ਉਹੀ ਚੀਜ਼ ਜਦੋਂ ਪ੍ਰਚਲਿਤ ਹੋ ਗਈ, ਗੁਰਦੁਆਰਿਆਂ ਵਿੱਚ ਵੀ ਆ ਗਈ, ਤਾਂ ਇੱਕ ਆਮ ਸਿੱਖ ਜਿਹੜਾ ਉਹ ਦੁਬਿਧਾ 'ਚ ਪੈ ਜਾਂਦਾ ਫਿਰ ਕਿ ਬਈ ਜੇ ਗੁਰਦੁਆਰਿਆਂ ਦੇ ਵਿੱਚ ਇਹ ਚੀਜ਼ਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਇਸ ਦਾ ਮਤਲਬ ਇਹ ਵਾਕਿਆ 'ਚ ਹੀ ਸੀ। ਪਰ ਇਹ ਸਵੈ ਵਿਰੋਧੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂਕਿ ਕੋਈ ਪੜ੍ਹਦਾ ਨਹੀਂ, ਜ਼ਿਆਦਾਤਰ ਅਸੀਂ ਡਿਪੈਂਡ ਕਰਦੇ ਹਾਂ ਪ੍ਰਚਾਰਕਾਂ ਦੇ ਉੱਤੇ ਸਾਨੂੰ ਕੁਝ ਦੱਸ ਦੇਣ, ਅਤੇ ਉਹ ਵੀ ਬਹੁਤ ਘੱਟ ਕੇ ਜੀ ਪ੍ਰਚਾਰਕ ਵੀ ਜਿਸ ਤਰ੍ਹਾਂ ਦਾ ਕੰਮ ਕਰਦੇ ਨੇ ਅਸੀਂ ਇੱਕ ਵਾਰੀ ਡਿਸਕਸ ਕਰ ਚੁੱਕੇ ਹੈਗੇ, ਸੋ ਮੈਂ ਉਸ ਵਿੱਚ ਨਹੀਂ ਜਾਵਾਂਗਾ। ਸੋ ਇਸ ਪਾਸੇ ਫਿਰ ਇਹ ਕਿਵੇਂ ਹੁਣ ਤੁਸੀਂ ਕੀ ਕਸਵੱਟੀ ਲਿਆਂਦੀ ਜਾਏ ਜਿਸ ਨਾਲ ਕਿ ਪਤਾ ਚੱਲੇ ਕਿ ਬਈ ਨਹੀਂ ਇਹ ਗਲਤ ਕੰਮ ਹੋ ਰਿਹਾ। ਹਾਂਜੀ, ਵੇਖੋ ਜੀ ਇਹ ਨਾ ਇੱਕ ਪ੍ਰਭਾਵ ਹੁੰਦਾ, ਪਹਿਲਾਂ ਲਿਖਾਰੀ ਤੇ ਪ੍ਰਚਾਰਕ ਦੋ, ਕਿਉਂਕਿ ਇਹਨਾਂ ਦਾ ਤਾਲਮੇਲ ਬੜਾ ਡੂੰਘਾ। ਪ੍ਰਚਾਰਕ ਨੇ ਪੜ੍ਹਨਾ ਹੁੰਦਾ, ਲਿਖਾਰੀ ਨੇ ਲਿਖਣਾ ਹੁੰਦਾ, ਦੋਵੇਂ ਹੀ ਇੱਕ ਰਾਹ ਦੇ ਉੱਤੇ ਤੁਰਦੇ ਨੇ। ਲਿਖਾਰੀ ਦੀ ਲਿਖਤ ਨੂੰ ਪ੍ਰਚਾਰਕ ਨੇ ਪ੍ਰਚਾਰਨਾ ਹੁੰਦਾ ਬਹੁਤੀ ਵਾਰ। ਠੀਕ। ਪਹਿਲਾਂ ਉਹ ਜੋ ਲਿਖਾਰੀ ਲਿਖਦੇ ਨੇ ਆਪਣੇ ਹਿਸਾਬ ਨਾਲ ਤੇ ਪ੍ਰਚਾਰਕ ਉਹਨੂੰ ਪ੍ਰਚਾਰਦੇ ਨੇ। ਉਹਨਾਂ ਦੀ ਲਿਖਤ ਤੇ ਪ੍ਰਚਾਰ ਦਾ ਸਦਕਾ ਲੋਕਾਂ ਵਿੱਚ ਉਹ ਗੱਲ ਜਿਹੜੀ ਆ ਹਾਈਲਾਈਟ ਹੋ ਜਾਂਦੀ, ਲੋਕਾਂ ਦੇ ਦਿਮਾਗ 'ਚ ਬੈਠ ਜਾਂਦੀ ਆ। ਜਦੋਂ ਲੋਕਾਂ ਦੀ ਸਾਈਕੀ ਇੱਕੋ ਜਿਹੀ ਬਣ ਜਾਂਦੀ ਆ ਵੀ ਇਹ ਗੱਲ ਇਵੇਂ ਹੋਈ, ਫਿਰ ਬਹੁ ਗਿਣਤੀ ਦੇ ਪ੍ਰਭਾਵ ਤੋਂ ਗ੍ਰਹਿਣ ਕਰਦਿਆਂ ਹੋਇਆਂ ਫਿਰ ਲਿਖਾਰੀ, ਫਿਰ ਅਗਲੇ ਲਿਖਾਰੀ ਜਿਹੜੇ ਨੇ ਉਸੇ ਢੰਗ ਨਾਲ ਹੀ ਲਿਖਦੇ ਨੇ ਜਿਵੇਂ ਲੋਕ ਸੋਚਦੇ ਨੇ ਜੀ। ਪ੍ਰਚਾਰਕ ਵੀ ਉਵੇਂ ਹੀ ਬੋਲਦੇ ਨੇ ਜਿਵੇਂ ਲੋਕ ਸੋਚਦੇ ਨੇ। ਤਾਂ ਇੱਕ ਤਰ੍ਹਾਂ ਨਾਲ ਦੋਵੇਂ ਇੱਕ ਦੂਜੇ ਤੇ ਡਿਪੈਂਡ ਹੋ ਜਾਂਦੇ ਆ। ਲਿਖਣ ਵਾਲਾ, ਬੋਲਣ ਵਾਲਾ ਲੋਕਾਂ ਨੂੰ ਪਹਿਲਾਂ ਕੁਝ ਦਿੰਦੇ ਨੇ, ਉਹਨਾਂ ਦੀ ਸਾਈਕੀ ਘੜਦੇ ਨੇ, ਫਿਰ ਜਦੋਂ ਲੋਕਾਂ ਦੀ ਸੋਚ ਇੱਕੋ ਜਿਹੀ ਉਸ ਤਰ੍ਹਾਂ ਦੀ ਬਣ ਜਾਂਦੀ ਉਸ ਲੈਵਲ ਦੀ, ਫਿਰ ਉਹਨਾਂ ਤੇ ਡਿਪੈਂਡ ਹੋ ਜਾਂਦੇ ਨੇ ਵੀ ਜੇ ਅਸੀਂ ਇਹਦੋਂ ਵੱਖਰੀ ਗੱਲ ਕੀਤੀ ਤਾਂ ਸਾਨੂੰ ਇਹਨਾਂ ਲੋਕਾਂ ਦਾ ਗੁੱਸਾ ਸਹਿਣਾ ਪਊਗਾ, ਜਾਂ ਇਹ ਲੋਕ ਨਾਰਾਜ਼ ਹੋਣਗੇ ਜਾਂ ਗੁੱਸਾ ਕਰਨਗੇ, ਜੋ ਵੀ ਆ, ਜਾਂ ਇਹਨਾਂ ਨੂੰ ਸਾਡੀ ਗੱਲ ਪਸੰਦ ਨਹੀਂ ਆਊਗੀ, ਫਿਰ ਉਹਨਾਂ ਤੇ ਡਿਪੈਂਡ ਹੋ ਜਾਂਦੇ ਆ। ਇਸ ਤਰ੍ਹਾਂ ਦੀ ਕੁਝ ਹੁਣ ਅਸੀਂ ਦੇਖਦੇ ਹਾਂ ਕਿ ਇਹ ਬੜੀ ਵੱਡੀ ਇੱਕ ਗੱਲ ਆ ਸਾਡੇ ਕੋਲ ਵੀ ਗੁਰਬਾਣੀ ਗੁਰੂ ਸਾਹਿਬਾਨ ਦੀ ਆਪਣੀ ਲਿਖੀ ਹੋਈ ਆ। ਇਤਿਹਾਸ ਜਿਹੜਾ ਵਾ ਉਹ ਆਮ ਇਨਸਾਨਾਂ ਨੇ ਲਿਖਿਆ ਹੋਇਆ ਜੀ। ਪੂਰੇ ਦੀ ਗੱਲ ਜਦੋਂ ਅਧੂਰਾ ਲਿਖੂਗਾ ਤੇ ਗਲਤੀ ਕਰੂਗਾ, ਪਹਿਲੀ ਤਾਂ ਗੱਲ। ਤੇ ਦੂਸਰੀ ਗੱਲ ਇਹ ਆ ਵੀ ਕੀ
ਸਾਨੂੰ ਸਭ ਤੋਂ ਵਧੇਰੇ ਭਰੋਸਾ ਗੁਰੂ ਸਾਹਿਬਾਨਾਂ ਦੀ ਕਈ ਗੱਲ ਤੇ ਹੋਣਾ ਚਾਹੀਦਾ ਕਿ ਆਮ ਲਿਖਾਰੀ ਜਾਂ ਪ੍ਰਚਾਰਕ ਦੀ ਗੱਲ ਤੇ ਹੋਣਾ ਚਾਹੀਦਾ। ਬਿਲਕੁਲ, ਇਹ ਇੱਕ ਬਹੁਤ ਅਹਿਮ ਚੀਜ਼ ਜਿਹੜੀ ਤੁਸੀਂ ਕਹੀ ਕਿ ਕਿਸ ਤੇ ਭਰੋਸਾ ਕਰਨਾ ਤੇ ਕਿਵੇਂ ਉਹ ਭਰੋਸੇ ਨੂੰ ਬਰਕਰਾਰ ਕਰਨਾ ਹੈ, ਕਿਵੇਂ ਉਸ ਨੂੰ ਮਜ਼ਬੂਤ ਕਰਨਾ ਹੈ, ਇਸ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲਬਾਤ ਕੀਤੀ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਸਮਝ ਸਕੀਏ ਕਿ ਕਿਸ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਖਰਾਬ ਕੀਤਾ ਜਾ ਰਿਹਾ ਹੈ, ਕਿਸ ਤਰੀਕੇ ਨਾਲ ਇਸ ਦਾ ਮਿਲਗੋਬਾ ਕੀਤਾ ਗਿਆ ਹੈ, ਤੇ ਇਸ ਵਾਸਤੇ ਜ਼ਰੂਰਤ ਹੈ ਹਮੇਸ਼ਾ ਹੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਸਾਨੂੰ ਪ੍ਰਮਾਣ ਮਿਲਦੇ ਨੇ ਉਸ ਨੂੰ ਹੀ ਆਪਣੇ ਜੀਵਨ ਦਾ ਆਦੇਸ਼ ਮੰਨੀਏ। ਆਓ ਅਸੀਂ ਸੰਬੰਧ ਵਿੱਚ ਹੋਰ ਜਾਣਕਾਰੀ ਲੈਂਦੇ ਹਾਂ ਭਾਈ ਹਰਜਿੰਦਰ ਸਿੰਘ ਸਭਰਾ ਤੋਂ। ਹਾਂਜੀ, ਉਹਦੇ ਵਿੱਚ ਕੀ ਆ ਕਿ ਜਦੋਂ ਅਸੀਂ ਗੁਰੂ ਸਾਹਿਬ, ਕਿਉਂਕਿ ਬਾਣੀ ਗੁਰੂ ਸਾਹਿਬਾਨ ਦੀ ਆਪਣੀ ਆ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵ ਡਵਰ ਨਾ ਕੋਈ, ਬਾਣੀ ਗੁਰੂ ਗੁਰੂ ਹੈ ਬਾਣੀ, ਤਾਂ ਸਾਨੂੰ ਸਭ ਤੋਂ ਪਹਿਲਾਂ ਸੁਣਨੀ ਪਊਗੀ ਗੁਰੂ ਦੀ ਜੀ, ਵਿਸ਼ਵਾਸ ਗੁਰੂ ਦੀ ਬਾਣੀ ਤੇ। ਉਹਦੀ ਰੋਸ਼ਨੀ ਵਿੱਚ ਅਸੀਂ ਵੇਖਾਂਗੇ ਵੀ ਕੀ ਕਿਸੇ ਨੇ ਲਿਖਿਆ, ਕੀ ਸਹੀ ਆ ਕੀ ਗਲਤ ਆ, ਉਹ ਸਾਰਾ। ਜੀ, ਦੂਸਰੀ ਦੂਸਰੀ ਗੱਲ ਤਾਂ ਇੱਕ ਅਸੀਂ ਕਈ ਵਾਰ ਇਹ ਸੋਚਦੇ ਹਾਂ, ਲਿਖਣ ਵਾਲੇ ਆਪਣੀ ਜਗ੍ਹਾ ਦੇ ਉੱਤੇ ਲਿਖਣ ਵਾਲਿਆਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ। ਇੱਕ ਤਾਂ ਲਿਖਦੇ ਨੇ ਸ਼ਰਧਾ ਵਸ ਪਿਆਰ 'ਚ ਭਿੱਜ ਕੇ, ਇੱਕ ਲਿਖਦੇ ਨੇ ਖੋਜੀ ਕਿਸਮ ਦੇ ਲੋਕ ਜਿਨ੍ਹਾਂ ਨੇ ਸਚਾਈ ਲੋਕਾਂ ਸਾਹਮਣੇ ਲਿਆਉਣੀ ਹੁੰਦੀ ਆ। ਤੀਸਰੀ ਕਿਸਮ ਉਹਨਾਂ ਦੀ ਹੁੰਦੀ ਆ ਜਿਨ੍ਹਾਂ ਨੂੰ ਜਿਹੜੇ ਪ੍ਰਭਾਵਿਤ ਹੁੰਦੇ ਨੇ ਕਿਸੇ ਦੀ ਸ਼ਖਸੀਅਤ ਤੋਂ, ਮੰਨ ਲਓ ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਨੇ ਪਰ ਉਹਨਾਂ ਨੂੰ ਪਤਾ ਨਹੀਂ ਕੁਝ, ਉਹ ਉਹਨਾਂ ਦੇ ਸਿਧਾਂਤ ਤੋਂ ਅਣਜਾਣ ਨੇ ਪਰ ਫਿਰ ਵੀ ਉਹ ਲਿਖਦੇ ਨੇ। ਤਾਂ ਇੱਕ ਕਿਸਮ ਹੁੰਦੀ ਹੈ ਜਿਹੜੀ ਸ਼ਰਾਰਤ ਵਸ ਲਿਖਦੇ ਤਾਂ ਨੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ, ਪਰ ਉਹ ਵਿੱਚੇ ਵਿੱਚ ਕੁਝ ਐਸਾ ਵੀ ਦੇ ਜਾਂਦੇ ਨੇ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਕਨਫਿਊਜ਼ਨ, ਦੁਬਿਧਾ ਜਿਹੜੀ ਆ ਖੜੀ ਕਰ ਦੇਵੇ ਲੋਕਾਂ 'ਚ। ਤਾਂ ਇਹ ਸਾਨੂੰ ਇੱਕ ਤਾਂ ਇਹਨਾਂ ਚੀਜ਼ਾਂ ਨੂੰ ਵੀ ਥੋੜਾ ਜਿਹਾ ਨਿਖਾਰ ਕੇ ਵੇਖਣ ਦੀ ਜ਼ਰੂਰਤ ਆ। ਦੂਜੀ ਗੱਲ ਇਹ ਕਿ ਕਈ ਵਾਰ ਕੀ ਹੁੰਦਾ ਵਾ, ਜਿਹੜੀ ਗੱਲ ਅਸੀਂ ਪਹਿਲਾਂ ਤੋਂ ਸਮਝੀ ਬੈਠੇ ਆ ਤਾਂ ਜਦੋਂ ਕੋਈ ਸਾਨੂੰ ਇਤਿਹਾਸ ਦੇ ਤੱਥਾਂ ਮੁਤਾਬਕ ਹੀ, ਇਤਿਹਾਸ ਦੇ ਗ੍ਰੰਥਾਂ ਮੁਤਾਬਕ ਹੀ ਤੇ ਗੁਰਬਾਣੀ ਮੁਤਾਬਕ ਹੀ ਗੱਲ ਦੱਸਦਾ ਵੀ ਨਹੀਂ ਆਹ ਗੱਲ ਐਵੇਂ ਨਹੀਂ ਐਵੇਂ ਆ, ਤਾਂ ਉਹਦੇ ਉੱਤੇ ਸਾਨੂੰ ਬਹੁਤ ਰੰਜ ਆਉਂਦਾ, ਸਾਨੂੰ ਉਸ ਬੰਦੇ ਦੇ ਉੱਤੇ ਗੁੱਸਾ ਆਉਂਦਾ। ਅਸੀਂ ਕਹਿੰਦੇ ਲਓ ਜੀ ਇਹ ਇਤਿਹਾਸ ਵਿਗਾੜ ਰਿਹਾ। ਨਹੀਂ, ਅਸਲ 'ਚ ਕੀ ਇਤਿਹਾਸ ਨੂੰ ਵਿਗਾੜਨਾ ਕੀ ਹੁੰਦਾ ਵੀ ਤੁਸੀਂ ਜਾਣ ਬੁੱਝ ਕੇ ਇਤਿਹਾਸ ਦੇ ਤੱਥਾਂ ਦੀ ਗੁਰਮਤ ਗੁਰੂ ਸਾਹਿਬਾਨ ਦੀ ਸ਼ਖਸੀਅਤ ਤੋਂ ਉਲਟ ਵਿਆਖਿਆ ਕਰੋ, ਇਹ ਆ ਇਤਿਹਾਸ ਵਿਗਾੜਨਾ। ਅਗਰ ਕੋਈ ਵਿਗੜੀ ਹੋਈ ਗੱਲ ਨੂੰ ਸਵਾਰ ਰਿਹਾ ਤਾਂ ਉਹ ਵਿਗਾੜ ਨਹੀਂ ਹੁੰਦਾ। ਹਾਂ, ਬਸ਼ਰਤੇ ਕਿ ਉਹ ਵੀ ਇਤਿਹਾਸਕ ਗ੍ਰੰਥਾਂ ਦੇ ਹਿਸਾਬ ਨਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ 'ਚ ਜਿਹੜੀ ਗੱਲ ਹੋ ਰਹੀ ਆ ਉਹ ਵਿਗਾੜ ਨਹੀਂ ਹੋਊਗੀ ਕਦੇ ਵੀ, ਉਹ ਸੁਧਾਰ ਹੋਊਗੀ। ਲੇਕਿਨ ਕਿਉਂਕਿ ਉਹ ਇੰਨੀ ਭਾਰੂ ਹੋ ਚੁੱਕੀ ਹੈ, ਸਾਡੇ ਦਿਮਾਗ ਦੇ ਵਿੱਚ ਉਹ ਗੱਲ ਬੈਠ ਚੁੱਕੀ ਹੈ, ਪਰਪੱਕ ਕਰ ਦਿੱਤੀ ਗਈ ਹੈ ਕਿ ਅਸੀਂ ਉਸ ਨੂੰ ਸੁਣਨ ਨੂੰ ਤਿਆਰ ਨਹੀਂ ਹੁੰਦੇ ਤੇ ਉਹੀ ਆ ਜਾਂਦਾ ਕਿ ਜੀ ਇਹ ਤਾਂ ਵਿਰੋਧ ਕੀਤਾ ਜਾ ਰਿਹਾ। ਹਾਂ ਬਿਲਕੁਲ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਉਹ ਗੱਲ ਜਿਹੜੀ ਸਾਨੂੰ ਅਸੀਂ ਪੱਕੇ ਤੌਰ ਤੇ ਮੰਨ ਲਈ ਵੀ ਐਵੇਂ ਹੀ ਆ, ਜਦੋਂ ਕੋਈ ਉਦੋਂ ਵੱਖਰੀ ਗੱਲ ਕਰੂਗਾ ਸਾਨੂੰ ਲੱਗੂਗਾ ਵੀ ਇਹ ਗਲਤ ਆ, ਕਿਉਂਕਿ ਸਾਡੇ ਵਿਚਾਰ ਪੱਕ ਗਏ ਹੁੰਦੇ, ਬਣ ਗਏ ਹੁੰਦੇ ਆ। ਤਾਂ ਇਹ ਇੱਕ ਜਿਹੜੀ ਸੋਚ ਆ ਇਹ ਸਾਨੂੰ ਬਦਲਣ ਦੀ ਲੋੜ ਆ। ਸਾਨੂੰ ਇਸ ਗੱਲ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਵੀ ਵਿਗਾੜ ਕਿਹਨੂੰ ਕਹਿੰਦੇ ਆ ਤੇ ਸੁਧਾਰ ਕਿਹਨੂੰ ਕਹਿੰਦੇ ਆ। ਜਿੰਨਾ ਚਿਰ ਅਸੀਂ ਵਿਗਾੜ ਤੇ ਸੁਧਾਰ ਦਾ ਪੈਮਾਨਾ ਨਹੀਂ ਸਮਝਦੇ ਉਹਨਾਂ ਚਿਰ ਅਸੀਂ ਸਹੀ ਗੱਲ ਨੂੰ ਵੀ ਕਈ ਵਾਰ ਨਕਾਰਦੇ ਰਹਿੰਦੇ ਆ, ਉਹ ਵੀ ਨਹੀਂ ਸੁਣਦੇ। ਔਰ ਭਾਵੇਂ ਉਹ ਗੁਰਬਾਣੀ ਦੀ ਰੋਸ਼ਨੀ 'ਚ ਹੋਵੇ, ਭਾਵੇਂ ਉਹ ਬਿਲਕੁਲ ਇਤਿਹਾਸਕ ਤੱਥਾਂ ਤੇ ਖਰੀ ਉਤਰਦੀ ਹੋਵੇ, ਉਹਨੂੰ ਫਿਰ ਲੋਕ ਕਈ ਵਾਰ ਜਿਹੜਾ ਵਾ ਉਹ ਛੱਡ ਛਡਾ ਕੇ ਗਲਤ ਗੱਲ ਨੂੰ ਹੀ ਸਦੀਆਂ ਤੱਕ ਜਿਹੜਾ ਵਾ ਉਹ ਖਿੱਚੀ ਜਾਂਦੇ ਆ, ਜਿਹੜੀ ਕਿ ਆਉਣ ਵਾਲੇ ਸਮੇਂ 'ਚ ਫਿਰ ਸਾਡੇ ਲਈ ਨਮੋਸ਼ੀ ਦਾ ਕਾਰਨ ਬਣ ਜਾਂਦੀ ਹੈ। ਤੋ ਇਹੋ ਜੀਆਂ ਬੜੀਆਂ ਐਸੀਆਂ ਗੱਲਾਂ ਨੇ, ਜਿਵੇਂ ਲਿਖਾਰੀਆਂ ਨੇ ਲਿਖਿਆ ਸੀਗਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਸੀਤਲਾ ਚੇਚਕ ਨਿਕਲੀ ਤਾਂ ਉਹ ਸੀਤਲਾ ਦੇਵੀ ਦੇ ਮੰਦਿਰ ਗਏ, ਜਦੋਂ ਕਿ ਇਤਿਹਾਸਕ ਖੋਜੀਆਂ ਨੇ ਮਗਰੋਂ ਸਿੱਧ ਕੀਤਾ ਵੀ ਉਦੋਂ ਤਾਂ ਕੋਈ ਮੰਦਿਰ ਹੀ ਅੰਮ੍ਰਿਤਸਰ ਦੀ ਧਰਤੀ ਤੇ ਹੈ ਨਹੀਂ ਸੀਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀ ਗੱਲ ਇਹ ਹੁਣ ਖੋਜੀਆਂ ਨੇ ਤੱਥਾਂ ਦੇ ਮੁਤਾਬਕ ਗੱਲ ਲਿਆਉਣੀ। ਜਿਵੇਂ ਸੂਰਜ ਪ੍ਰਕਾਸ਼ ਵਿੱਚ ਇੱਕ ਕਥਾ ਲਿਖੀ ਵੀ ਜਿਹੜਾ ਬੌਲੀ ਦਾ ਕੜ ਨਹੀਂ ਸੀ ਟੁੱਟ ਰਿਹਾ ਤੇ ਗੁਰੂ ਸਾਹਿਬਾਨ ਨੇ ਜਿਹੜਾ ਚਤੌੜ ਦਾ ਕਿਲ੍ਹਾ ਜਿੱਤਣਾ ਸੀਗਾ ਅਕਬਰ ਨੇ, ਤਾਂ ਉਹ ਉਸ ਕਿਲ੍ਹੇ ਨਾਲ ਉਹਨੂੰ ਰਲਾ ਕੇ ਵੀ ਜਿਸ ਦਿਨ ਉਹ ਕਿਲ੍ਹਾ ਜਿੱਤਿਆ ਜਾਊ, ਜਿਸ ਦਿਨ ਸਾਡੀ ਬੌਲੀ ਦਾ ਕੜ ਟੁੱਟੂ ਉਸ ਦਿਨ ਕਿਲ੍ਹਾ ਜਿੱਤਿਆ ਜਾਊ, ਜਦੋਂ ਕਿ ਉਹਦੇ ਵਿੱਚ ਸਾਲਾਂ ਦਾ ਫਰਕ ਆ ਉਸ ਘਟਨਾ 'ਚ। ਪਰ ਲਿਖਣ ਵਾਲੇ ਨੇ ਆਪਣੇ ਹਿਸਾਬ ਨਾਲ ਲਿਖ ਦਿੱਤੀ, ਮਗਰ ਦੇ ਖੋਜੀਆਂ ਨੇ ਇਹ ਗੱਲ ਸਾਬਤ ਕੀਤੀ ਵੀ ਨਹੀਂ, ਇਹ 'ਚ ਤਾਂ ਕਈ ਸਮੇਂ ਦਾ ਬਹੁਤ ਜ਼ਿਆਦਾ ਅੰਤਰ ਆ ਚਤੌੜ ਦੇ ਕਿਲ੍ਹੇ ਨੂੰ ਜਿੱਤਣ ਵਿੱਚ ਤੇ ਬੌਲੀ ਦਾ ਕੜ ਟੁੱਟਣ ਵਿੱਚ, ਇੰਨੇ ਸਾਲਾਂ ਦਾ ਗੈਪ ਆ। ਤੋ ਇਹ ਜਿਹੜੀਆਂ ਗੱਲਾਂ ਨੇ ਇਸ ਤਰ੍ਹਾਂ ਦੀਆਂ, ਇਹ ਹੁਣ ਇਹ ਖੋਜ ਤੋਂ ਬਿਨਾਂ ਸਾਹਮਣੇ ਨਹੀਂ ਆਉਂਦੀਆਂ। ਤਾਂ ਇਹ ਜਿਹੜੀਆਂ ਗੱਲਾਂ ਨੇ ਸ਼ਰਧਾ ਵਸ ਲਿਖ ਦਿੱਤੀਆਂ ਗਈਆਂ, ਪਰ ਜਦੋਂ ਕੋਈ ਦੂਸਰੇ ਲੋਕ ਇਤਿਹਾਸ ਨੂੰ ਪੜ੍ਹਨਗੇ ਉਹ ਸਾਨੂੰ ਕੀ ਕਹਿਣਗੇ?
ਇਸ ਵਾਸਤੇ ਸਾਨੂੰ ਅਸੀਂ ਇਹੋ ਜਿਹੇ ਵਿਗਾੜਾਂ ਨੂੰ ਸੁਧਾਰ ਲਿਆ। Right. ਇਸੇ ਤਰ੍ਹਾਂ ਕਈ ਗੱਲਾਂ ਹੋਰ ਵੀ ਹੁੰਦੀਆਂ ਨੇ ਜਿਹੜੀਆਂ ਸਾਡੇ ਮਨ 'ਚ ਬਹਿ ਗਈਆਂ ਨੇ, ਪਰ ਜੇ ਅਸੀਂ ਉਹਨਾਂ ਨੂੰ ਹੌਲੀ ਹੌਲੀ ਠੀਕ ਕਰਨ ਵਾਲੇ ਪਾਸੇ ਬਾਣੀ ਤੇ ਇਤਿਹਾਸ ਦੇ ਤੱਥਾਂ ਦੀ ਰੋਸ਼ਨੀ ਵਿੱਚ, ਤਾਂ ਉਹ ਵੀ ਵਿਗਾੜ ਸਾਡੇ 'ਚੋਂ ਦੂਰ ਹੋ ਸਕਦੇ, ਪਰ ਇਹਦੇ ਲਈ ਸਾਨੂੰ ਥੋੜਾ ਜਿਹਾ ਦਿਲ ਖੁੱਲ੍ਹਾ ਰੱਖਣਾ ਪੈਂਦਾ। ਰਾਈਟ। ਹੁਣ ਇਹਦੇ 'ਚ ਜੋ ਤੁਸੀਂ ਗੱਲਬਾਤ ਕੀਤੀ ਉਹ ਪੁਰਾਣੇ ਸਮੇਂ ਦੀ, ਜਿਹੜਾ ਉਸ ਸਮੇਂ ਹੋਇਆ, ਲੇਕਿਨ ਅੱਜ ਕੱਲ੍ਹ ਵੀ ਇਹ ਚੀਜ਼ਾਂ ਚੱਲ ਰਹੀਆਂ ਨੇ। ਬਿਲਕੁਲ। ਅੱਜ ਕੱਲ੍ਹ ਵੀ ਪੁਸਤਕਾਂ ਆ ਰਹੀਆਂ ਨੇ ਜਿਹਦੇ ਵਿੱਚ ਕਿ ਬਹੁਤ ਕੁਝ ਲਿਖਿਆ ਜਾਂਦਾ ਹੈ ਜਿਹੜਾ ਕਿ ਸਵੈ ਵਿਰੋਧੀ ਹੈ ਗੁਰਮਤਿ ਦੇ। ਰਿਸਰਚ ਦੇ ਨਾਂ ਦੇ ਉੱਤੇ ਕਈ ਜਿਹੜੇ ਲੋਕ ਨੇ ਉਹ ਲਿਖ ਦਿੰਦੇ ਨੇ, ਪਰ ਉਹਦੀ ਵੀ ਪ੍ਰੋਬਲਮ ਪੈ ਜਾਂਦੀ ਹੈ, ਬਾਅਦ ਦੇ ਵਿੱਚ ਦੁਬਿਧਾ ਪੈ ਜਾਂਦੀ ਹੈ। ਸੋ ਬਜਾਏ ਕਿ ਇਹ ਰਿਸਰਚ ਜਿਹੜੀ ਹੈ ਹੋਰ ਓਪਨਨੈਸ ਲਿਆਂਦੀ, ਕਲੈਰਿਟੀ ਲਿਆਂਦੀ, ਇਹ ਹੋਰ ਲੋਕ ਦੁਬਿਧਾ 'ਚ ਪੈ ਜਾਂਦੇ ਨੇ। ਐਂਡ ਅਗੇਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਜੋ ਕੁਝ ਲਿਖਿਆ ਉਹ ਮੇਨ ਸੁਪਰੀਮ ਉਸ ਨੂੰ ਮੰਨ ਕੇ ਤੁਸੀਂ ਬਾਕੀ ਸਭ ਚੀਜ਼ਾਂ ਨੂੰ ਅੱਗੇ ਲੈ ਕੇ ਆਓ। ਪਰ ਇੱਥੇ ਜਿਹੜੇ ਰਿਸਰਚ ਕਰਦੇ ਨੇ ਉਹ ਵੀ ਕੋਈ ਨਾ ਕੋਈ ਗੱਲਬਾਤ ਕਰਕੇ ਭਾਈ ਸਾਹਿਬ ਕਿ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ, ਚਮਤਕਾਰ ਦੀ ਹੀ ਗੱਲ ਕਰਨੀ, ਕਿਉਂਕਿ ਆਮ ਤੌਰ ਉੱਤੇ ਇਹ ਚਮਤਕਾਰਾਂ ਨਾਲ ਹੀ ਜੋੜ ਦਿੰਦੇ ਨੇ ਸਿੱਖੀ ਨੂੰ ਜਿਹੜਾ ਹੈਗਾ, ਤੇ ਗੁਰੂ ਸਾਹਿਬ ਦੇ ਕਈ ਐਗਜ਼ਾਮਪਲਸ ਦੇ ਕੇ ਉਹ ਚੀਜ਼ਾਂ ਨੂੰ ਅੱਗੇ ਲਿਆਇਆ ਜਾਂਦਾ ਹੈ। ਸੋ ਚਮਤਕਾਰ ਦੀ ਜਿਹੜੀ ਇਹ ਕਨਸੈਪਟ ਹੈ, ਕੀ ਸਿੱਖੀ ਵਿੱਚ ਕੋਈ ਚਮਤਕਾਰ ਦਾ ਕੋਈ ਕਨਸੈਪਟ ਹੈਗਾ? ਦੇਖੋ ਜੀ, ਇਹ ਚਮਤਕਾਰ ਹੀ ਆ ਕਿ ਗੁਰੂ ਸਾਹਿਬਾਨ ਨੇ ਇੱਕ ਮੁਰਦਾ ਜੀਵਨ ਜੀ ਰਹੇ ਇਨਸਾਨ ਨੂੰ ਇੱਕ ਜਿਉਂਦਾ ਜਾਗਦਾ ਧਰਮ ਜਿਹੜਾ ਵਾ ਉਹ ਦੇ ਦਿੱਤਾ, ਔਰ ਉਹ ਇੱਕ ਆਮ ਜਿਹਾ ਇਨਸਾਨ ਜਿਹੜਾ ਜ਼ੁਲਮ ਦੇ ਅੱਗੇ ਧੌਣ ਸੁੱਟ ਕੇ ਤੁਰਦਾ, ਉਹ ਲੱਖਾਂ ਨਾਲ ਭਿੱਜ ਜਾਂਦਾ ਵਾ, ਜਾਂ ਉਹ ਏਡੀ ਵੱਡੀ ਕੁਰਬਾਨੀ ਕਰਨ ਦੇ ਸਮਰੱਥ ਤੇ ਯੋਗ ਹੋ ਜਾਂਦਾ ਵਾ ਵੀ ਉਸ ਵੱਲ ਵੇਖ ਕੇ ਸੈਂਕੜੇ ਹੀ ਲਿਖਾਰੀ ਆਪਣੀਆਂ ਕਲਮਾਂ ਚੁੱਕਦੇ ਨੇ। ਉਹਨਾਂ ਵੱਲ ਵੇਖ ਕੇ ਲੋਕਾਂ ਦੇ ਅੰਦਰ ਇੱਕ ਜਾਗਰਤੀ ਪੈਦਾ ਹੁੰਦੀ। ਇਹ ਅਸੀਂ ਜੇ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਗੌਰ ਨਾਲ ਵੇਖੀਏ, ਉਹਨਾਂ ਦਾ ਜੀਵਨ ਹੀ ਆਪਣੇ ਆਪ ਵਿੱਚ ਚਮਤਕਾਰ ਆ। ਪਰ ਕਿਉਂਕਿ ਸਾਨੂੰ ਕਈ ਵਾਰ ਸੁਭਾਅ, ਅਸੀਂ ਇਹ ਸੁਭਾਅ ਦੂਜੇ ਮਤਾਂ ਤੋਂ ਲਿਆ, ਦੂਜੀਆਂ ਸੱਭਿਅਤਾਵਾਂ ਤੋਂ ਲਿਆ, ਕਿ ਕਿਉਂਕਿ ਆਖਰ ਅਸੀਂ ਵੀ ਇਹਨਾਂ 'ਚ ਜੀ ਰਹੇ ਹਾਂ, ਕਿ ਇੱਕ ਜਿੰਨਾ ਚਿਰ ਪ੍ਰਤੱਖ ਰੂਪ ਵਿੱਚ ਕੋਈ ਜਾਦੂ ਵਰਗੀ ਖੇਡ ਨਾ ਹੋਵੇ, ਅਸੀਂ ਇਹਨਾਂ ਗੱਲਾਂ ਨੂੰ ਵਿਸ਼ਵਾਸ ਨਹੀਂ ਕਰਦੇ। ਹੁਣ ਜੇ ਅਸੀਂ ਸਨਾਤਨੀ ਮਤ ਦੇ ਜਿੰਨੇ ਵੀ ਪੁਰਾਣ ਨੇ ਤੁਸੀਂ ਵੇਖੋ, ਸਵਾਏ ਜਾਦੂਗਰੀਆਂ ਤੋਂ ਉਹਦੇ 'ਚ ਕੁਝ ਨਹੀਂ ਹੈ, ਤਾਂ ਉਹ ਇੱਕ ਬੜੀਆਂ ਪਰਾਲੌਕਿਕ ਗੱਲਾਂ ਨੇ। ਕਈ ਤਾਂ ਐਸੀਆਂ ਗੱਲਾਂ ਨੇ ਜਿਹੜੀਆਂ ਅਸੀਂ ਨੈਚੁਰਲੀ ਉਹਨਾਂ ਨੂੰ ਅਸੈਪਟ ਹੀ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਨਾਲ, ਕੁਦਰਤ ਦੇ ਅਸੂਲਾਂ ਤੇ ਖਰੀ ਨਹੀਂ ਹੈਗੀ ਕੋਈ ਗੱਲ। ਇਸੇ ਤਰ੍ਹਾਂ ਜਿਹੜੀਆਂ ਸਾਡੇ ਵਿੱਚ ਇਸਲਾਮੀ ਸੱਭਿਅਤਾ ਦਾ ਜਾਂ ਈਸਾਈਅਤ ਦੀ ਸੱਭਿਅਤਾ ਦਾ ਜੋ ਪ੍ਰਭਾਵ ਆ, ਉਹਦੇ ਉੱਥੇ ਤਾਂ ਇੱਕ ਪ੍ਰਤੱਖ ਆ। ਇਸਲਾਮ ਦੇ ਵਿੱਚ ਇਹ ਗੱਲ ਬੜੀ ਭਾਰੂ ਆ, ਵਜ਼ਨਦਾਰ ਮੰਨੀ ਜਾਂਦੀ ਆ ਵੀ ਪੈਗੰਬਰ ਨੂੰ ਲੋਕਾਂ ਨੂੰ ਕਨਵਿੰਸ ਕਰਨ ਵਾਸਤੇ, ਉਹ ਲੋਕਾਂ 'ਚ ਆਪਣਾ ਪ੍ਰਭਾਵ ਪਾਉਣ ਵਾਸਤੇ ਮੁਅੱਜਜ਼ਾ ਵਿਖਾਉਣਾ ਪੈਂਦਾ। ਮੁਅੱਜਜ਼ਾ ਕਹਿੰਦੇ ਕਰਾਮਾਤ, ਕੋਈ ਚਮਤਕਾਰ ਉਹਨੂੰ ਕਰਨਾ ਪੈਂਦਾ, ਨਹੀਂ ਤੇ ਲੋਕ ਮੰਨਦੇ ਨਹੀਂ ਇਸ ਗੱਲ ਨੂੰ। ਹੁਣ ਇਹ ਗੱਲ ਇੰਨੀ ਜ਼ਿਆਦਾ ਭਾਰੂ ਹੋਈ, ਜਦੋਂ ਮੁਅੱਜਜ਼ਾ ਆ ਗਿਆ ਇੱਕ ਵਾਰ, ਫਿਰ ਉਹ ਪੈਗੰਬਰ ਨਹੀਂ ਮੰਨਿਆ ਜਾਊਗਾ ਜਿਹੜਾ ਕਰਾਮਾਤ ਨਹੀਂ ਕਰਦਾ। ਸੋ ਲਿਖਾਰੀਆਂ ਦੇ ਸਾਹਮਣੇ ਇੱਕ ਪ੍ਰੋਬਲਮ ਇਹ ਵੀ ਸੀ ਕਿ ਜੇ ਅਸੀਂ ਆਪਣੀਆਂ ਲਿਖਤਾਂ ਵਿੱਚ ਜਿਸ ਗੁਰੂ ਸਾਹਿਬਾਨ ਬਾਰੇ ਲਿਖ ਰਹੇ ਹਾਂ, ਅਗਰ ਅਸੀਂ ਕੋਈ ਸਪਸ਼ਟ ਜਾਦੂ ਦੀ ਗੱਲ ਨਾ ਕੀਤੀ ਤਾਂ ਲੋਕ ਨਹੀਂ ਮੰਨਣਗੇ ਕਿ ਇਹ ਕੋਈ ਮਹਾਨ ਲੋਕ ਨੇ ਜਾਂ ਇਹ ਕੋਈ ਬਹੁਤ ਵੱਡੀ ਪੈਗੰਬਰੀ ਜੋਤ ਨੇ। ਤਾਂ ਇਸ ਤਰ੍ਹਾਂ ਦੀ ਵੀ ਇੱਕ ਕਾਰਨ ਜਿਹੜੇ ਨੇ ਉਹ ਬਣ ਜਾਂਦੇ ਨੇ ਲਿਖਾਰੀਆਂ ਦੇ ਸਾਹਮਣੇ। ਇਹ ਉਹ ਸਮਾਂ ਸੀ ਜਦੋਂ ਲੋੜ ਸੀ ਇਹ ਚੀਜ਼ਾਂ ਨੂੰ ਅੱਗੇ ਗੁਰੂ ਸਾਹਿਬ ਦੀ ਮਹਿਮਾ ਨੂੰ ਅੱਗੇ ਲਿਆਉਣ ਲਈ, ਲੇਕਿਨ ਅੱਜ ਸਮਾਂ ਬਦਲ ਚੁੱਕਿਆ। ਅੱਜ ਤਾਂ ਵਿਵੇਕ ਬੁੱਧੀ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ, ਗੁਰੂ ਸਾਹਿਬ ਨੇ ਇਸ ਚੀਜ਼ ਤੇ ਹੀ ਹਮੇਸ਼ਾ ਕਿਹਾ ਹੈਗਾ ਕਿ ਵਿਵੇਕ ਬੁੱਧੀ ਦੀ ਵਰਤੋਂ ਕੀਤੀ ਜਾਵੇ। ਪਰ ਹੁਣ ਵੀ ਅਜੇ ਵੀ ਅਸੀਂ ਇਸ ਜੰਜਾਲ 'ਚ ਫਸੇ ਪਏ ਹਾਂ, ਬਲਕਿ ਹੁਣ ਤਾਂ ਈਵਨ ਅਸੀਂ ਗੁਟਕਿਆਂ ਨੂੰ ਵੀ ਕਰਾਮਾਤੀ ਤੌਰ ਦੇ ਉੱਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਗੁਰਬਾਣੀ ਵਿੱਚੋਂ ਵੀ ਕੁਝ ਸ਼ਬਦਾਂ ਨੂੰ ਲੈ ਕੇ ਉਹਨਾਂ ਦੇ ਗੁਟਕੇ ਬਣਾ ਕੇ ਕਿ ਇਹਦੇ ਨਾਲ ਕਰਨ ਦੇ ਨਾਲ ਤੁਹਾਡੀ ਬਿਮਾਰੀਆਂ, ਪ੍ਰੋਬਲਮ ਖਤਮ ਹੋ ਜਾਣਗੀਆਂ, ਤੁਹਾਡੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਖਤਮ ਹੋ ਜਾਣਗੀਆਂ, ਤੁਸੀਂ ਇੰਨੀ ਵਾਰੀ ਇੰਨਾ ਪਾਠ ਕਰ ਲਓ। ਸੋ ਇਹ ਚੀਜ਼ਾਂ ਅੱਜ ਇੱਕ ਵੱਖਰੇ ਕਿਸਮ ਨਾਲ ਸਾਡੇ ਤੇ ਭਾਰੂ ਹੋਈਆਂ ਪਈਆਂ। ਉਸ 'ਚੋਂ ਬਚਣ ਲਈ ਕੀ ਕਰਨ ਦੀ ਲੋੜ ਹੈ? ਦੇਖੋ ਜੀ, ਸਭ ਤੋਂ ਵੱਡੀ ਤਾਂ ਗੱਲ ਇਹ ਆ ਕਿ ਅੱਜ ਤਾਂ ਸਿੱਖ ਨੂੰ ਜਿੱਥੇ ਬਾਣੀ ਨੂੰ ਪੜ੍ਹਨ ਤੇ ਸੁਣਨ ਦਾ ਉਹਦਾ ਐਂਗਲ ਬਦਲਿਆ ਜਾ ਰਿਹਾ ਇਹੋ ਜਿਹੀਆਂ ਗੱਲਾਂ ਨਾਲ, ਉੱਥੇ ਵੱਡੀ ਪ੍ਰੋਬਲਮ ਇਹ ਆ ਵੀ ਅੱਜ ਸਿੱਖ ਨੂੰ ਇਤਿਹਾਸ ਪੜ੍ਹਨਾ ਤੇ ਸੁਣਨਾ ਇਹ ਚੀਜ਼ ਨਾਲੋਂ ਤਾਂ ਪੂਰੀ ਤਰ੍ਹਾਂ ਨਾਲ ਉਹਦਾ ਸੰਬੰਧ ਤੋੜਨ ਵਾਸਤੇ ਹੁਣ ਤਾਂ ਬਾਬਿਆਂ ਦੀਆਂ ਕਹਾਣੀਆਂ ਚੱਲਦੀਆਂ ਨੇ। ਹੁਣ ਤਾਂ ਗੁਰੂ ਸਾਹਿਬਾਂ ਦੇ ਇਤਿਹਾਸ ਦੀ ਤਾਂ ਗੱਲ ਚੱਲਦੀ ਨਹੀਂ, ਉਹ ਰਹਿ ਗਈ ਆ ਕੇਵਲ ਢਾਡੀ ਸਿੰਘਾਂ ਕੋਲ, ਪ੍ਰਚਾਰਕਾਂ ਕੋਲ, ਜਾਂ ਵੈਸੇ ਉਹ ਵੀ ਜਿੰਨਾ ਚਿਰ ਤੁਸੀਂ ਆਪਣੀ ਕਥਾ 'ਚ, ਆਪਣੇ ਬੋਲ ਬੁਲਾਰੇ 'ਚ 2-4 ਬਾਬਿਆਂ ਦੀਆਂ ਕੋਈ ਗੱਲਾਂ ਨਾ ਸੁਣਾ ਦਿਓ, ਫਲਾਣੇ ਬਾਬਾ ਜੀ ਕੋਲ ਆ ਗਿਆ, ਉਹਨੇ ਐਵੇਂ ਕੀਤਾ, ਉਹਨੂੰ ਐਵੇਂ ਹੋ ਗਿਆ, ਉਹਨਾਂ ਚਿਰ ਲੋਕਾਂ ਦਾ ਇੰਟਰਸਟ ਨਹੀਂ ਬਣਦਾ। ਤਾਂ ਇਹ ਹੁਣ ਇਹ ਲੋਕਾਂ ਦਾ ਟੇਸਟ ਬਣਾਤਾ, ਸਵਾਦ ਬਣਾਤਾ ਵੀ ਗੁਰੂ ਸਾਹਿਬਾਂ ਦੀ ਗੱਲ ਛੱਡੋ, ਇਤਿਹਾਸ ਦੀ ਗੱਲ ਛੱਡੋ, ਉਹਨੂੰ ਪਰਖ ਪੜਚੋਲਣ ਤੇ ਸਮਝਣ ਦੀ ਗੱਲ ਛੱਡੋ, ਹੁਣ ਤਾਂ ਬਾਬਿਆਂ ਦੀਆਂ ਕਥਾ ਕਹਾਣੀਆਂ ਕਰਕੇ ਤੁਹਾਡਾ ਕੰਮ ਚੱਲਦਾ। ਸੋ ਬਹੁ ਗਿਣਤੀ ਅਸੀਂ ਵੇਖਦੇ ਹਾਂ ਜਿੱਥੇ ਪ੍ਰਚਾਰ ਉੱਥੇ ਇਹੀ ਗੱਲਾਂ ਚੱਲਦੀਆਂ ਨੇ ਸੇਮ, ਔਰ ਸਾਰਿਆਂ ਦੀਆਂ ਕਹਾਣੀਆਂ ਸੇਮ ਹੀ ਹੁੰਦੀਆਂ ਨੇ, ਥੋੜੇ ਬਹੁਤੇ ਫਰਕ ਨਾਲ, ਕਿਉਂਕਿ
ਉਹਨਾਂ ਦਾ ਮਕਸਦ ਸਿੱਧ ਕਰਨਾ ਵਾ ਕੁਝ, ਉਹ ਅਸਲੀਅਤਾਂ ਹੁੰਦੀਆਂ ਨਹੀਂ। ਤਾਂ ਜਦੋਂ ਸਿੱਧ ਕਰਨ ਵਾਲੇ ਪਾਸੇ ਤੁਰਦੇ ਨੇ ਤੇ ਫਿਰ ਉਹ ਇੱਕੋ ਜਿਹੀਆਂ ਕਹਾਣੀਆਂ ਇੱਕ ਦੂਜੇ ਨਾਲ ਪਾਤਰ ਬਦਲਦਾ ਨੇ, ਜਗ੍ਹਾ ਬਦਲ ਜਾਂਦੀ, ਬਾਕੀ ਕਹਾਣੀ ਸੇਮ ਚੱਲਦੀ ਰਹਿੰਦੀ। ਤਾਂ ਇਹ ਇੱਕ ਸਭ ਤੋਂ ਵੱਡੀ ਗੱਲ ਆ ਵੀ ਸਿੱਖ ਨੂੰ ਜਾਂ ਸੰਗਤ ਨੂੰ ਸਿੱਖ ਇਤਿਹਾਸ ਗੁਰੂ ਸਾਹਿਬਾਨਾਂ ਦੇ ਜੀਵਨ ਦੀਆਂ ਘਟਨਾਵਾਂ ਤੋਂ ਤੋੜ ਕੇ ਉਹਨੂੰ ਇਹੋ ਜਿਹੀਆਂ ਚੀਜ਼ਾਂ ਵਿੱਚ ਉਲਝਾਉਣਾ ਵੀ ਉਹ ਆਮ ਬੰਦਿਆਂ ਦੀਆਂ, ਬਾਬਿਆਂ ਦੀਆਂ, ਡੇਰੇਦਾਰਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਉਹਨਾਂ ਦੀਆਂ ਕਰਾਮਾਤੀ ਕਹਾਣੀਆਂ ਨੂੰ ਸੁਣ ਕੇ ਉਹਦਾ ਦਿਮਾਗ ਇਸ ਕਿਸਮ ਦਾ ਬਣਾ ਦਿੱਤਾ ਗਿਆ ਵੀ ਉਹਨੂੰ ਹੁਣ ਇਤਿਹਾਸ, ਸਿੱਖ ਇਤਿਹਾਸ ਇਹ ਬੀਤੇ ਦੀਆਂ ਗੱਲਾਂ ਨਜ਼ਰ ਆਉਣ ਲੱਗ ਪਈਆਂ। ਉਹ ਇਹਦੇ ਵਿੱਚੋਂ ਕੁਝ ਗ੍ਰਹਿਣ ਨਹੀਂ ਕਰਨਾ ਚਾਹੁੰਦਾ, ਸੁਣਨਾ ਹੀ ਨਹੀਂ ਚਾਹੁੰਦਾ। ਪਹਿਲੀ ਗੱਲ, ਸੁਣਾਇਆ ਵੀ ਨਹੀਂ ਜਾ ਰਿਹਾ ਤੇ ਸੁਣ ਵੀ ਨਹੀਂ ਰਿਹਾ। ਇਹ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਹੈ ਖੜੀ ਹੋ ਗਈ ਹੈ। ਆਸ ਕਰਦੇ ਹਾਂ ਜੀ ਕਿ ਇਸ ਟਾਕ ਵਿੱਚ ਜਿਹੜੀ ਤੁਸੀਂ ਇਹ ਗੱਲ ਕੀਤੀ ਹੈਗੀ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਹਨ, ਜੋ ਕੁਝ ਉਹਦੇ 'ਚ ਲਿਖਿਆ ਗਿਆ ਹੈ ਉਸ ਦੀ ਕਸਵੱਟੀ ਨਾਲ, ਉਸ ਦੇ ਨਾਲ ਕੋਈ ਜੇਕਰ ਚੀਜ਼ ਤਾਲਮੇਲ ਹੁੰਦੀ ਹੈ ਤਾਂ ਉਸ ਨੂੰ ਅਸੀਂ ਐਕਸੈਪਟ ਕਰੀਏ, ਨਹੀਂ ਤੇ ਬਾਕੀ ਚੀਜ਼ਾਂ ਨੂੰ ਨਕਾਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ harpreetsingh@gmail.com। ਇਹਨਾਂ ਪ੍ਰੋਗਰਾਮਸ ਨੂੰ ਤੁਸੀਂ youtube.com/harpreetsingh ਦੇ ਵੀ ਜਾ ਕੇ ਬਾਅਦ ਵਿੱਚ ਦੇਖ ਸਕਦੇ ਹੋ। ਇਸ ਤੋਂ ਪਹਿਲਾਂ ਵੀ ਸਾਰੀ ਰਿਕਾਰਡਿੰਗਸ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ। ਧੰਨਵਾਦੀ ਅਸੀਂ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਨਾਲ ਹੀ ਆਪ ਸਭ ਤੋਂ ਸਹਿਯੋਗ ਦੀ ਵੀ ਮੰਗ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਚਲਾਉਣ ਵਾਸਤੇ ਜ਼ਰੂਰ ਸਾਡਾ ਸਾਥ ਦਿਓ, ਸਪਾਂਸਰਸ਼ਿਪ ਰਾਹੀਂ ਜਾਂ ਐਡਵਰਟਾਈਜ਼ਮੈਂਟ ਰਾਹੀਂ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।